जी आए नू प्यारे विद्यार्थियों। पंजाब स्टेट एजुकेशन बोर्ड दी 8वीं जमात दी अंग्रेज़ी की किताब इंग्लिश रीडर ਉਹਦੇ ਲੈਸਨਸ ਇਸ ਪਹਿਲੇ ਵੀਡੀਓ ਰਾਹੀਂ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਇਸ ਵੀਡੀਓ ਵਿੱਚ ਸਾਡਾ ਹੈਗਾ ਪ੍ਰੋਜ਼ ਲੈਸਨ ਨੰਬਰ 1 ਜਿਸ ਦਾ ਸਿਰਲੇਖ ਹੈ ਅਬਦੁਲ ਹਮੀਦ। ਇਸ ਵੀਡੀਓ ਵਿੱਚ ਅਸੀਂ ਇਸ ਲੈਸਨ ਨੂੰ ਪੂਰਾ ਪੜ੍ਹਾਂਗੇ, ਸ਼ਬਦਾਂ ਦੇ ਉਚਾਰਨ ਸਿੱਖਾਂਗੇ, ਸ਼ਬਦਾਂ ਦੇ ਅਰਥ, ਸ਼ਬਦ ਸਮੂਹਾਂ ਦੇ ਅਰਥ ਅਤੇ ਵਾਕਾਂ ਦੇ ਅਰਥ ਚੰਗੀ ਤਰ੍ਹਾਂ ਸਿੱਖਾਂਗੇ। ਤੁਸੀਂ ਆਪਣੀ ਨੋਟਬੁੱਕ ਲੈ ਲਓ, ਨਾਲ ਪੈਨ ਲੈ ਲਓ ਅਤੇ ਜਿਹੜੀਆਂ ਜ਼ਰੂਰੀ ਗੱਲਾਂ ਜਿਹੜੀਆਂ ਨੇ, ਜਿਹੜੇ ਨੁਕਤੇ ਨੇ ਉਹ ਤੁਹਾਨੂੰ ਦੱਸੇ ਜਾਣਗੇ, ਤੁਸੀਂ ਉਹ ਨੋਟ ਕਰਦੇ ਜਾਣੇ ਹਨ। ਅੱਗੇ ਵਧਣ ਤੋਂ ਪਹਿਲੇ ਮੈਂ ਤੁਹਾਨੂੰ ਦੱਸਦਾ ਬੱਚਿਓ ਕਿ ਤੁਹਾਡੀ 8ਵੀਂ ਕਲਾਸ ਦੇ ਮੈਥ ਦੇ ਗਣਿਤ ਦੇ ਸਵਾਲ ਵੀ ਸਾਰੇ ਦੇ ਸਾਰੇ ਹੱਲ ਕਰਕੇ ਇਸ ਚੈਨਲ ਦੇ ਉੱਤੇ ਪਾਏ ਜਾ ਚੁੱਕੇ ਹਨ। ਤੁਸੀਂ ਇਸ ਚੈਨਲ ਦੇ ਉੱਤੇ ਜਾ ਕੇ ਪਲੇਲਿਸਟ ਵਿੱਚ ਜਾ ਕੇ 8ਵੀਂ 8th NCERT ਮੈਥ ਖੋਲ੍ਹ ਕੇ ਤੁਸੀਂ ਸਾਰੇ ਸਵਾਲ ਜਿਹੜੇ ਐਕਸਰਸਾਈਜ਼ ਦੇ ਤਰਤੀਬ ਦੇ ਮੁਤਾਬਕ ਦੇਖ ਸਕਦੇ ਹੋ। ਇਸੇ ਤਰ੍ਹਾਂ 9ਵੀਂ ਔਰ 10ਵੀਂ ਦੇ ਮੈਥ ਦੇ ਸਵਾਲ ਵੀ ਹੱਲ ਕਰਕੇ ਪਾਏ ਜਾ ਚੁੱਕੇ ਹਨ। ਫਿਰ 9ਵੀਂ ਅਤੇ 10ਵੀਂ ਦੇ ਸਾਇੰਸ ਦੇ ਨੂਮੈਰੀਕਲ ਵੀ ਹੱਲ ਕਰਕੇ ਪਾਏ ਜਾ ਚੁੱਕੇ ਹਨ। ਅਤੇ ਜਿਸ ਤਰ੍ਹਾਂ ਹੁਣ ਤੁਹਾਡਾ ਅੰਗਰੇਜ਼ੀ ਦਾ ਸ਼ੁਰੂ ਕਰਨ ਜਾ ਰਹੇ ਹਾਂ, ਇਸੇ ਤਰ੍ਹਾਂ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 5ਵੀਂ ਕਲਾਸ, 6ਵੀਂ ਕਲਾਸ, 7ਵੀਂ ਕਲਾਸ ਦੇ ਵੀ ਅੰਗਰੇਜ਼ੀ ਦੇ ਲੈਸਨ ਤਿਆਰ ਕਰਕੇ ਪਾਏ ਜਾ ਰਹੇ ਹਨ। ਸੋ ਜੇ ਬੱਚੇ ਹੋ, ਤੁਸੀਂ 5ਵੀਂ 6ਵੀਂ 7ਵੀਂ ਜਾਂ ਹੋਰ 9ਵੀਂ 10ਵੀਂ ਦੇ ਬੱਚਿਆਂ ਨੂੰ ਤੁਸੀਂ ਜਾਣਦੇ ਹੋ ਅਤੇ ਤੁਸੀਂ ਵੀ ਉਹਨਾਂ ਨੂੰ ਇਸ ਚੈਨਲ ਬਾਰੇ ਜਾਣਕਾਰੀ ਦੇ ਸਕਦੇ ਹੋ ਤਾਂ ਕਿ ਉਹ ਵੀ ਆਪਣੀ ਵਿੱਦਿਆ ਵਿੱਚ ਮਦਦ ਲੈਣ ਲਈ ਇਸ ਚੈਨਲ ਦੀ ਜਾਂ ਜਿਹੜਾ ਹੈ ਉਹ ਸਹਾਰਾ ਲੈ ਸਕਦੇ ਹਨ। ਸੋ ਆਓ ਅਸੀਂ ਹੁਣ ਸ਼ੁਰੂ ਕਰੀਏ। ਇਹ ਸੀਨ ਹੈਗਾ ਬੱਚਿਓ, ਇਹ ਲੈਸਨ ਦਾ ਨਾਮ ਹੈ ਅਬਦੁਲ ਹਮੀਦ, ਜੋ ਇੱਕ ਬਹਾਦਰ ਸਿਪਾਹੀ ਸੀਗਾ ਭਾਰਤ ਫੌਜ ਦਾ। ਅਤੇ ਕਲਾਸ ਦੇ ਵਿੱਚ ਇੱਕ ਟੀਚਰ ਹੈਗੇ ਨੇ ਮਿਸਟਰ ਵਰਮਾ, ਉਹ ਸਾਰੀ ਕਲਾਸ ਨੂੰ ਅਬਦੁਲ ਹਮੀਦ ਦੀ ਕਹਾਣੀ ਸੁਣਾ ਰਹੇ ਨੇ। ਸੋ ਜਿੱਦਾਂ ਕਹਾਣੀ ਸੁਣਾਈ ਜਾ ਰਹੀ ਹੈ ਅਤੇ ਉਸ ਤਰ੍ਹਾਂ ਇਹ ਲੈਸਨ ਨੂੰ ਪੇਸ਼ ਕੀਤਾ ਗਿਆ। ਜਿਵੇਂ ਮੰਨ ਲਓ ਇੱਕ ਇਕਾਂਗੀ ਹੁੰਦੀ ਹੈ, ਇਕਾਂਗੀ ਵਿੱਚ ਤਾਂ ਖੈਰ ਪਾਤਰ ਬਹੁਤ ਸਾਰੇ ਹੁੰਦੇ ਨੇ। ਇੱਥੇ ਮੁੱਖ ਪਾਤਰ ਕਹਿ ਲਓ ਕਿ ਮਿਸਟਰ ਵਰਮਾ ਹੈਗੇ ਨੇ, ਪਰ ਇਹ ਅਸਲ ਕਹਾਣੀ ਹੈ, ਇਹ ਕਾਲਪਨਿਕ ਨਹੀਂ ਹੈਗੀ। ਅਤੇ ਵਿੱਚ ਕਲਾਸ ਦੇ ਵਿੱਚ ਜਿਹੜੇ ਕੁਝ ਵਿਦਿਆਰਥੀ ਨੇ ਉਹ ਵਿੱਚ ਟਿੱਪਣੀ ਕਰਦੇ ਨੇ ਅਤੇ ਸਵਾਲ ਪੁੱਛਦੇ ਨੇ। ਠੀਕ ਹੈ, ਸੋ ਇਸ ਤਰ੍ਹਾਂ ਸਮਝਾਇਆ ਸੀਨ ਕਿ ਦਿਸ ਇਜ਼ ਕਲਾਸ 8th, ਕਹਿੰਦੇ ਆ ਕਲਾਸ 8ਵੀਂ ਹੈਗੀ ਹੈ। ਮਿਸਟਰ ਵਰਮਾ ਦੀ ਕਲਾਸ ਟੀਚਰ, ਮਿਸਟਰ ਵਰਮਾ ਕਲਾਸ ਟੀਚਰ ਨੇ ਉਸ 8ਵੀਂ ਕਲਾਸ ਦੇ। ਇਸ ਟੈਲਿੰਗ ਮੈਨੇ ਦੱਸ ਰਹੇ ਹਨ। ਦੀ ਕਲਾਸ ਨੂੰ ਆ ਸਟੋਰੀ, ਇੱਕ ਕਹਾਣੀ। ਮਿਸਟਰ ਵਰਮਾ ਜੋ ਕਲਾਸ ਟੀਚਰ ਹਨ ਉਹ ਕਲਾਸ ਨੂੰ ਇੱਕ ਕਹਾਣੀ ਦੱਸ ਰਹੇ ਹਨ। ਅਤੇ ਇਟ ਇਜ਼ ਦੀ ਸਟੋਰੀ ਆਫ ਅ ਬਰੇਵ ਸ਼ੋਲਜਰ ਨੇਮਡ ਅਬਦੁਲ ਹਮੀਦ। ਇਹ ਕਹਾਣੀ ਇੱਕ ਬਰੇਵ ਮੈਨੇ ਬਹਾਦਰ, ਸ਼ੋਲਜਰ ਮੈਨੇ ਸਿਪਾਹੀ, ਇੱਕ ਬਹਾਦਰ ਸਿਪਾਹੀ ਨੇਮਡ ਜਿਹਦਾ ਨਾਂ ਅਬਦੁਲ ਹਮੀਦ ਹੈ, ਇਹ ਕਹਾਣੀ ਉਸਦੀ ਹੈ। ਹੀ ਵਾਜ਼ ਅ ਕੰਪਨੀ ਕੁਆਟਰ ਮਾਸਟਰ ਹਵਲਦਾਰ ਇਨ ਦੀ ਇੰਡੀਅਨ ਆਰਮੀ। ਉਹ ਭਾਰਤੀ ਫੌਜ ਦੇ ਵਿੱਚ ਕੰਪਨੀ ਕੁਆਟਰ ਮਾਸਟਰ ਹਵਲਦਾਰ ਸੀ। ਇਹ ਬੱਚਿਓ ਇਹ ਇੱਕ ਰੈਂਕ ਹੁੰਦੇ ਨੇ, ਜਿੱਦਾਂ ਹਵਲਦਾਰ, ਸੂਬੇਦਾਰ, ਮੇਜਰ, ਲੈਫਟੀਨੈਂਟ, ਹੈ ਨਾ, ਇਹ ਸਾਰੇ ਸਿਪਾਹੀਆਂ ਦੇ ਰੈਂਕ ਹੁੰਦੇ ਨੇ। ਅਤੇ ਉਹ ਸਿਪਾਹੀ ਸੀ ਅਤੇ ਉਹਦਾ ਰੈਂਕ ਸੀਗਾ ਕੰਪਨੀ ਕੁਆਟਰ ਮਾਸਟਰ ਹਵਲਦਾਰ। ਠੀਕ ਹੈ, ਕੁਆਟਰ ਮਾਸਟਰ ਜ਼ਿਆਦਾਤਰ ਹੁੰਦਾ ਰਸਦ ਦੀ ਪ੍ਰਬੰਧ ਕਰਨ ਵਾਲਾ ਹੁੰਦਾ ਇੱਕ ਬੰਦਾ, ਅਤੇ ਉਹਨੂੰ ਜ਼ਿਆਦਾਤਰ ਇਹ ਵਾਲਾ ਰੈਂਕ ਦਿੱਤਾ ਜਾਂਦਾ ਕੁਆਟਰ ਮਾਸਟਰ। ਠੀਕ ਹੈ, ਹੀ ਵਾਜ਼ ਅ ਵੈਰੀ ਬਰੇਵ ਸ਼ੋਲਜਰ, ਉਹ ਬੜਾ ਹੀ ਬਹਾਦਰ ਸਿਪਾਹੀ ਸੀ। ਹੀ ਫੌਟ ਇਨ ਦੀ 1965 ਵਾਰ ਬਿਟਵੀਨ ਇੰਡੀਆ ਐਂਡ ਪਾਕਿਸਤਾਨ। 1965 ਦੇ ਵਾਰ ਮੈਨੇ ਜੰਗ, ਬਿਟਵੀਨ ਮੈਨੇ ਦੋ ਧਿਰਾਂ ਦੇ ਵਿਚਕਾਰ ਦੀ ਗੱਲ ਹੈ, ਕਿਹੜੀਆਂ? ਇੰਡੀਆ ਐਂਡ ਪਾਕਿਸਤਾਨ। ਇੰਡੀਆ ਅਤੇ ਪਾਕਿਸਤਾਨ ਵਿਚਲੀ 1965 ਦੀ ਜੰਗ ਜਿਹੜੀ ਹੋਈ ਉਹਦੇ ਵਿੱਚੋਂ ਲੜਿਆ। ਫੌਟ ਮੂਲ ਸ਼ਬਦ ਹੈ ਬੱਚਿਓ ਫਾਈਟ, FIGHT, ਫਾਈਟ ਨਾਮ ਵੀ ਹੁੰਦਾ, ਨਾਊਨ ਵੀ ਹੁੰਦਾ ਅਤੇ ਫਾਈਟ ਵਰਬ ਕਿਰਿਆ ਵੀ ਹੁੰਦਾ। ਠੀਕ ਹੈ, ਜੇ ਫਾਈਟ ਨਾਮ ਹੋਵੇ ਫਿਰ ਹੈਗਾ ਲੜਾਈ, ਅਤੇ ਜੇ ਫਾਈਟ ਕਿਰਿਆ ਹੋਵੇ ਤਾਂ ਮਤਲਬ ਹੈ ਟੂ ਫਾਈਟ ਅਰਥਾਤ ਲੜਨਾ, ਅਤੇ ਫੌਟ ਦਾ ਮਤਲਬ ਹੈ ਲੜਿਆ। ਸੋ ਇਹ ਭੂਤਕਾਲ ਦੀ ਗੱਲ ਹੈ। ਹੀ ਫੌਟ, ਕਿਉਂਕਿ ਗੱਲ ਬੀਤੇ ਦੀ ਹੋ ਰਹੀ ਹੈ, 1965 ਦੀ ਹੋ ਰਹੀ ਹੈ। ਹੀ ਫੌਟ, ਉਹ 1965 ਦੀ ਭਾਰਤ ਅਤੇ ਪਾਕਿਸਤਾਨ ਵਿਚਲੀ ਜੰਗ ਵਿੱਚ ਲੜਿਆ। ਠੀਕ ਹੈ, ਫੌਟ ਮੈਨੇ ਲੜਿਆ। ਆਓ ਹੁਣ ਅੱਗੇ ਚਲੀਏ, ਲੈਸਨ ਸ਼ੁਰੂ ਹੁੰਦਾ ਹੈ। ਮਿਸਟਰ ਵਰਮਾ ਨੇ ਉਹ ਸੰਬੋਧਨ ਕਰ ਰਹੇ ਨੇ ਕਲਾਸ ਨੂੰ। ਦੇਖੋ ਅੱਗੇ ਸੈਮੀ ਕੋਲਨ ਹੈਗਾ, ਅਰਥਾਤ ਇਹ ਜਿਹੜੇ ਹੁਣ ਬਚਨ ਨੇ, ਅਗਲੀ ਜਿਹੜੀ ਲਾਈਨਾਂ ਨੇ, ਇਹ ਮਿਸਟਰ ਵਰਮਾ ਬੋਲ ਰਹੇ ਨੇ। ਅਤੇ ਕਿਹਨੂੰ ਬੋਲ ਕੇ ਸੁਣਾ ਰਹੇ ਨੇ? ਆਪਣੀ ਜਮਾਤ ਦੇ ਵਿਦਿਆਰਥੀਆਂ ਨੂੰ ਬੋਲ ਕੇ ਸੁਣਾ ਰਹੇ ਨੇ, ਉਹ ਵੇਰਵਾ ਦੇ ਰਹੇ ਨੇ। ਅਤੇ ਉਹ ਸ਼ੁਰੂ ਕਰਦੇ ਨੇ ਮਿਸਟਰ ਵਰਮਾ, ਕਹਿੰਦੇ ਨੇ ਇਟ ਇਜ਼ ਦੀ ਅਰਲੀ ਮਾਰਨਿੰਗ ਆਫ 10th September 1965। ਇਹ 10 ਸਤੰਬਰ 1965 ਦੇ ਤੜਕੇ ਦੀ ਗੱਲ ਹੈ। ਮਾਰਨਿੰਗ ਮੈਨੇ ਸਵੇਰ, ਅਰਲੀ ਮਾਰਨਿੰਗ ਮੈਨੇ ਸਵੇਰ ਤੋਂ ਵੀ ਪਹਿਲਾਂ, ਅਰਥਾਤ ਤੜਕੇ ਦੀ ਗੱਲ ਹੈ।
ਇਹ 10 ਸਤੰਬਰ 1965 ਤੜਕੇ ਦੀ ਗੱਲ ਹੈ। ਇੰਡੀਆ ਇਜ਼ ਫਾਈਟਿੰਗ ਅਗੇਂਸਟ ਪਾਕਿਸਤਾਨ। ਇਹ देखो फाइट आ गया ना, फाइट बने फाइटिंग मैंने जिथे जिथे ING आ जाए बच्चों उत्थे आ जाएगा रिहा, रही, रहे। इंडिया इज़ मतलब कि है, इंडिया पाकिस्तान नाल लड़ रहा है, पाकिस्तान के खिलाफ लड़ रहा है। अगेंस्ट मैंने खिलाफ, ठीक है। इंडिया इज़ फाइटिंग। हुण बच्चों मिस्टर वर्मा वो जो सीन है 1965 का उन्होंने पेश कर रहे हैं बच्चों के मोहरे। तो ज़्यादातर इस तरह अंग्रेजी में या मतलब कि आम बोली में होंदा है, ਜਦੋਂ ਅਸੀਂ ਭੂਤਕਾਲ ਦੇ ਬੀਤੇ ਹੋਏ ਕਿਸੇ ਦ੍ਰਿਸ਼ ਨੂੰ ਪੇਸ਼ ਕਰ ਰਹੇ ਹੋਈਏ ਤੇ ਉਹਨੂੰ ਵਰਤਮਾਨ ਕਾਲ ਵਿੱਚ ਪੇਸ਼ ਕੀਤਾ ਜਾ ਸਕਦਾ ਹੈ, ਠੀਕ ਹੈ। ਸੋ ਉਹ ਇੱਦਾਂ ਸਮਝਾ ਰਹੇ ਨੇ ਭਾਈ ਇਹ 10 ਸਤੰਬਰ 1965 ਦੀ ਸਵੇਰ ਹੈਗੀ ਹੈ, ਜਿੱਦਾਂ ਵੀ ਇੱਦਾਂ ਕਹਿ ਰਹੇ ਨੇ ਵੀ 1965 ਦੀ ਗੱਲ ਨੂੰ ਹੁਣ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਨੇ। ਇੰਡੀਆ ਇਜ਼ ਫਾਈਟਿੰਗ ਅਗੇਂਸਟ ਪਾਕਿਸਤਾਨ। ਤੁਸੀਂ ਦੇਖੋ ਸਾਹਮਣੇ ਦੇਖੋ ਵੀ ਜਿਹੜਾ ਇੰਡੀਆ ਹੈ ਉਹ ਪਾਕਿਸਤਾਨ ਦੇ ਖਿਲਾਫ ਲੜ ਰਿਹਾ ਹੈ। ਆ ਪਾਕਿਸਤਾਨੀ ਰੈਜੀਮੈਂਟ ਆਫ ਪੈਟਨ ਟੈਂਕਸ, ਪਾਕਿਸਤਾਨੀ ਪੈਟਨ ਟੈਂਕਾਂ ਦਾ ਰੈਜੀਮੈਂਟ ਜਿਹੜਾ ਹੈ ਇਜ਼ ਮਾਰਚਿੰਗ ਔਨ। ਮਾਰਚਿੰਗ ਔਨ ਮੈਨੇ ਮਾਰਚ ਕਰ ਰਿਹਾ, ਅੱਗੇ ਵੱਧਦਾ ਪਿਆ, ਠੀਕ ਹੈ। ਔਨ ਦੀ ਭਿੱਖੀਵਿੰਡ ਅੰਮ੍ਰਿਤਸਰ ਰੋਡ, ਭਿੱਖੀਵਿੰਡ ਅੰਮ੍ਰਿਤਸਰ ਸੜਕ ਦੇ ਉੱਤੇ। ਇਨ ਦੀ ਖੇਮਕਰਨ ਸੈਕਟਰ ਆਫ ਇੰਡੀਆ, ਇੰਡੀਆ ਦੇ ਖੇਮਕਰਨ ਵਾਲੇ ਖਿੱਤੇ ਵਿੱਚ, ਠੀਕ ਹੈ ਬੱਚੋ। ਹੁਣ ਦੇਖੋ ਪੈਟਨ ਜਿਹੜਾ ਨਾ ਬੱਚੋ, ਪੈਟਨ ਇਹ P ਵੱਡਾ ਹੈ, ਇਹਦਾ ਮਤਲਬ ਕੀ ਹੈ ਕਿ ਪ੍ਰੋਪਰ ਨਾਊਨ ਹੈ, ਖਾਸ ਨਾਮ ਹੈਗਾ। ਅਸਲ ਵਿੱਚ ਪੈਟਨ ਨਾਮ ਦਾ ਇੱਕ ਅਮਰੀਕਾ ਦਾ ਜਨਰਲ ਸੀਗਾ ਤੇ ਉਸ ਜਨਰਲ ਦੇ ਨਾਮ ਤੇ ਅਮਰੀਕਾ ਨੇ ਜਿਹੜੇ ਟੈਂਕ ਬਣਾਏ 1952 ਵਿੱਚ, ਉਹਦਾ ਟੈਂਕਾਂ ਦਾ ਨਾਮ ਰੱਖਿਆ ਪੈਟਨ ਟੈਂਕ। ਤੇ ਪਾਕਿਸਤਾਨ ਕਿਉਂਕਿ ਅਮਰੀਕਾ ਤੋਂ ਅਸਲਾ ਖਰੀਦਦਾ, ਅਸੀਂ ਵੀ ਅਸਲਾ ਖਰੀਦਦੇ ਹਾਂ ਪਾਕਿਸਤਾਨ ਤੋਂ, ਰਸ਼ੀਆ ਤੋਂ ਵੀ ਖਰੀਦਦੇ ਰਹੇ ਹਾਂ। ਸੋ ਅਮਰੀਕਾ ਨੇ ਉਹ ਟੈਂਕਾਂ ਦਾ ਨਾਮ ਰੱਖਿਆ ਸੀ ਪੈਟਨ ਟੈਂਕ, ਤੇ ਉਹ ਤਾਂ ਇੱਥੇ ਨਾਮ ਲਿਖਿਆ ਪੈਟਨ ਟੈਂਕ। ਇਹ ਪੈਟਨ ਕੋਈ ਅੰਗਰੇਜ਼ੀ ਦਾ ਸ਼ਬਦ ਨਹੀਂ ਹੈਗਾ, ਇਹ ਨਾਮ ਹੈਗਾ ਬੰਦੇ ਦਾ। ਸੋ ਬੰਦੇ ਦੇ ਨਾਮ ਉੱਤੇ ਟੈਂਕਾਂ ਦਾ ਨਾਮ ਰੱਖਿਆ ਗਿਆ, ਠੀਕ ਹੈ। ਸੋ ਪਾਕਿਸਤਾਨੀ ਰੈਜੀਮੈਂਟ ਆਫ ਪੈਟਨ ਟੈਂਕਸ, ਪੈਟਨ ਟੈਂਕਾਂ ਦਾ ਪਾਕਿਸਤਾਨੀ ਰੈਜੀਮੈਂਟ ਭਿੱਖੀਵਿੰਡ ਅੰਮ੍ਰਿਤਸਰ ਰੋਡ ਤੇ ਅੱਗੇ ਵੱਧਦਾ ਪਿਆ ਹੈ, ਜੋ ਕਿ ਖੇਮਕਰਨ ਖਿੱਤੇ ਵਿੱਚ, ਇੰਡੀਆ ਦੇ ਖੇਮਕਰਨ ਦੇ ਖਿੱਤੇ ਵਿੱਚ ਹੈ। ਫਿਰ ਕਹਿੰਦੇ ਇਟ ਹੈਜ਼ ਰੀਚਡ, ਉਹ ਪਹੁੰਚ ਚੁੱਕਾ ਹੈ ਕਿੱਥੇ, ਆ ਵਿਲੇਜ ਨੇਮ ਚੀਮਾ, ਚੀਮਾ ਨਾਮ ਦੇ ਪਿੰਡ ਵਿੱਚ ਪਹੁੰਚ ਚੁੱਕਾ ਹੈ। ਜਿੱਥੇ ਬੱਚੋ ਹੈਜ਼ ਆਵੇ, ਹੈਜ਼, ਹੈਵ, ਹੈਡ, ਉਹ ਤੋਂ ਬਾਅਦ ਹਮੇਸ਼ਾ ਥਰਡ ਫਾਰਮ ਆਉਂਦੀ ਹੈ। ਸੋ ਰੀਚ, ਰੀਚਡ, ਰੀਚਡ। ਇਟ ਹੈਜ਼ ਰੀਚਡ ਆ ਵਿਲੇਜ ਨੇਮਡ ਚੀਮਾ, ਉਹ ਇੱਕ ਪਿੰਡ ਚੀਮਾ ਨਾਮ ਦੇ ਪਿੰਡ ਵਿੱਚ ਪਹੁੰਚ ਚੁੱਕਾ ਹੈ। ਕੌਣ ਪਹੁੰਚ ਚੁੱਕਾ ਹੈ? ਪੈਟਨ ਟੈਂਕਾਂ ਦਾ ਪਾਕਿਸਤਾਨੀ ਰੈਜੀਮੈਂਟ ਮਾਰਚ ਕਰਦੇ ਕਰਦੇ ਭਿੱਖੀਵਿੰਡ ਅੰਮ੍ਰਿਤਸਰ ਸੜਕ ਤੇ ਮਾਰਚ ਕਰਦੇ ਕਰਦੇ ਹੁਣ ਚੀਮਾ ਨਾਮ ਦੇ ਪਿੰਡ ਤੇ ਪਹੁੰਚ ਚੁੱਕਾ ਹੈ। ਫਿਰ ਕਹਿੰਦੇ ਦਿਸ ਵਿਲੇਜ ਇਜ਼ ਔਨ ਦਾ ਬਾਰਡਰ, ਬਾਰਡਰ ਬਣੇ ਸਰਹੱਦ, ਇਹ ਪਿੰਡ ਸਰਹੱਦ ਤੇ ਹੈ ਜਾਂ ਸਰਹੱਦ ਦੇ ਲਾਗੇ ਹੈ। ਇਨ ਦਿਸ ਸੈਕਟਰ, ਇਸ ਖਿੱਤੇ ਵਿੱਚ, ਕਿਹੜਾ ਖਿੱਤਾ? ਖੇਮਕਰਨ ਦਾ ਖਿੱਤਾ। ਦੀ ਬੈਟਲ ਹੈਜ਼ ਬੀਨ ਗੋਇੰਗ ਔਨ ਸਿੰਸ ਸੈਪਟੰਬਰ 6। ਵਾਰ ਹੁੰਦੀ ਹੈ ਜੰਗ, ਤੇ ਬੈਟਲ ਹੁੰਦੀ ਹੈ ਛੋਟੇ ਲੈਵਲ ਦੀ ਜੰਗ, ਇਹਨੂੰ ਅਸੀਂ ਝੜਪ ਕਹਿ ਦਿੰਦੇ ਹਾਂ, ਠੀਕ ਹੈ। ਬੈਟਲ ਹੁੰਦੀ ਛੁੱਟ ਪੁੱਟ, ਮਾੜੀ ਮਾੜੀ ਗੋਲੀ ਉੱਧਰੋਂ ਚੱਲ ਗਈ, ਕਦੀ ਉੱਧਰੋਂ ਚੱਲ ਗਈ, ਕਦੀ ਛੋਟੀ ਮੋਟੀ ਲੜਾਈ ਹੋ ਗਈ। ਕਹਿੰਦੇ ਬੇਸ਼ੱਕ 10 ਸਤੰਬਰ 1965 ਦੀ ਗੱਲ ਹੈ, ਪਰ ਜਿਹੜਾ ਖੇਮਕਰਨ ਦਾ ਇਲਾਕਾ ਹੈ ਉਸ ਇਲਾਕੇ ਵਿੱਚ ਜਿਹੜੀ ਝੜਪ ਹੈਗੀ ਹੈ ਨਾ, ਉਹ ਪਿਛਲੇ 4 ਦਿਨਾਂ ਤੋਂ ਅਰਥਾਤ 6 ਸਤੰਬਰ ਤੋਂ ਚੱਲਦੀ ਪਈ ਹੈ। ਦੀ ਬੈਟਲ ਹੈਜ਼ ਬੀਨ ਗੋਇੰਗ ਔਨ ਸਿੰਸ ਸੈਪਟੰਬਰ 6। ਇਸ ਖਿੱਤੇ 'ਚ 6 ਸਤੰਬਰ ਤੋਂ ਝੜਪ ਚੱਲਦੀ ਆ ਰਹੀ ਹੈ ਜਾਂ ਚੱਲ ਰਹੀ ਹੈ। ਆਓਗੇ ਚਲੀਏ ਹੁਣ। ਕਹਿੰਦੇ ਹੇਅਰ, ਇੱਥੇ ਇਹ ਇਲਾਕੇ ਵਿੱਚ, ਖੇਮਕਰਨ ਦੇ ਇਲਾਕੇ ਵਿੱਚ, ਹਵਲਦਾਰ ਅਬਦੁਲ ਹਮੀਦ ਆਫ 4 ਗ੍ਰੇਨੇਡੀਅਰਸ। ਇਹ 4 ਗ੍ਰੇਨੇਡੀਅਰ ਇਹਨਾਂ ਦੇ ਬੱਚੇ ਜਿਹੜੇ ਟੋਲੀਆਂ ਜਿਹੜੀਆਂ ਬੜੀਆਂ ਹੁੰਦੀਆਂ ਫੌਜ ਦੀਆਂ, ਉਹਨਾਂ ਦੇ ਨਾਂ ਦਿੱਤੇ ਹੁੰਦੇ ਨੇ। ਕਹਿੰਦੇ 4 ਗ੍ਰੇਨੇਡੀਅਰ ਦਾ ਜਿਹੜਾ ਹਵਲਦਾਰ ਅਬਦੁਲ ਹਮੀਦ ਹੈ, ਐਂਡ ਦੀ ਅਦਰ ਸੋਲਜਰਸ ਆਫ ਹਿਸ ਕੰਪਨੀ, ਕੰਪਨੀ ਦਾ ਮਤਲਬ ਇੱਥੇ ਟੁਕੜੀ, ਫੌਜ ਦੀ ਟੁਕੜੀ ਉਹਨੂੰ ਕੰਪਨੀ ਕਹਿੰਦੇ ਆ। ਕਹਿੰਦੇ ਉਹਦੀ ਟੁਕੜੀ ਦੇ ਹੋਰ ਸਿਪਾਹੀ, ਦੂਜੇ ਸਿਪਾਹੀ, ਅਦਰ ਸੋਲਜਰਸ ਆਰ ਵੇਟਿੰਗ, ਆਰ ਮੈਨੇ ਹਨ, ਬਹੁਵਚਨ ਜਿੱਥੇ ਆ ਜਾਂਦਾ, ਵੇਟਿੰਗ ਮੈਨੇ ਉਡੀਕ, ਟੂ ਫੇਸ ਦੀ ਆਰਮੀ, ਟੂ ਫੇਸ ਹੁੰਦਾ ਆਮਣੇ ਸਾਹਮਣੇ ਆਣਾ, ਟਾਕਰਾ ਕਰਨਾ, ਸਾਹਮਣਾ ਕਰਨਾ, ਕਿਹਦਾ? ਪਾਕਿਸਤਾਨੀ ਆਰਮੀ ਦਾ। ਉਹ ਪਾਕਿਸਤਾਨੀ ਫੌਜ ਦਾ ਟਾਕਰਾ ਕਰਨ ਲਈ ਉਡੀਕ ਕਰ ਰਹੇ ਹਨ। ਕੌਣ ਉਡੀਕ ਕਰ ਰਹੇ ਹਨ? ਹਵਲਦਾਰ ਅਬਦੁਲ ਹਮੀਦ 4 ਗ੍ਰੇਨੇਡੀਅਰ ਦਾ, ਤੇ ਉਹਦੀ ਟੁਕੜੀ ਦੇ ਦੂਜੇ ਸਿਪਾਹੀ ਜਿਹੜੇ ਨੇ ਉਹ ਪਾਕਿਸਤਾਨੀ ਆਰਮੀ ਦਾ ਟਾਕਰਾ ਕਰਨ ਲਈ ਉਡੀਕ ਕਰ ਰਹੇ ਹਨ ਵੀ ਆ ਜਾਓ ਬਈ, ਆ ਜਾਓ ਮੈਦਾਨ 'ਚ ਦੇਖਦੇ ਹਾਂ ਤੁਹਾਨੂੰ ਜਰਾ, ਠੀਕ ਹੈ। ਫਿਰ ਕਹਿੰਦੇ ਬਰੇਵ, ਬਰੇਵ ਮੈਨੇ ਬਹਾਦੁਰ, ਅਬਦੁਲ ਹਮੀਦ ਇਜ਼ ਸਿਟਿੰਗ ਇਨ ਅ ਜੀਪ, ਇੱਕ ਜੀਪ ਵਿੱਚ ਬੈਠਾ ਹੋਇਆ ਹੈ। ਸਿਟਿੰਗ ਇਨ ਅ ਜੀਪ ਮੈਨੇ ਜੀਪ ਵਿੱਚ ਬੈਠਾ ਹੋਇਆ,
ਬਹਾਦਰ ਅਬਦੁਲ ਹਮੀਦ ਇੱਕ ਜੀਪ ਵਿੱਚ ਬੈਠਾ ਹੋਇਆ ਹੈ। ਹੀ ਹੈਜ਼ ਆ ਸਪੈਸ਼ਲ ਗਨ। ਸਪੈਸ਼ਲ ਮੈਨੇ ਖਾਸ ਕਿਸਮ ਦੀ, ਗਨ ਮੈਨੇ ਬੰਦੂਕ, ਸਪੈਸ਼ਲ ਗਨ ਖਾਸ ਕਿਸਮ ਦੀ ਬੰਦੂਕ। ਹੀ ਹੈਜ਼ ਉਹਦੇ ਕੋਲ ਹੈ, ਹੀ ਹੈਜ਼ ਅ ਸਪੈਸ਼ਲ ਗਨ ਉਹਦੇ ਕੋਲ ਇੱਕ ਖਾਸ ਕਿਸਮ ਦੀ ਬੰਦੂਕ ਹੈ। ਦੀ ਪੈਟਨ ਟੈਂਕਸ, ਉਹ ਜਿਹੜੇ ਪੈਟਨ ਟੈਂਕ ਨੇ, ਆਫ ਦੀ ਪਾਕਿਸਤਾਨੀ ਆਰਮੀ ਆਰ ਨਾਟ ਵੈਰੀ ਫਾਰ ਫਰੋਮ ਹਿਮ। ਪਾਕਿਸਤਾਨੀ ਫੌਜ ਦੇ ਟੈਂਕ ਉਸ ਤੋਂ ਬਹੁਤੇ ਦੂਰ ਨਹੀਂ ਹਨ, ਜਾਂ ਇੱਦਾਂ ਕਹਿ ਲਓ ਨੇੜੇ ਹੀ ਹਨ। ਨਾਟ ਵੈਰੀ ਫਾਰ, ਵੈਰੀ ਮੈਨੇ ਬਹੁਤੇ, ਫਾਰ ਮੈਨੇ ਦੂਰ, ਫਰੋਮ ਹਿਮ ਮੈਨੇ ਉਹਦੇ ਤੋਂ, ਨਾਟ ਵੈਰੀ ਫਾਰ ਨਹੀਂ ਹਨ। ਪਾਕਿਸਤਾਨੀ ਜਿਹੜੇ ਆਰਮੀ ਦੇ ਪੈਟਨ ਟੈਂਕ ਨੇ ਉਹਦੇ ਤੋਂ, ਕਿਹਦੇ ਤੋਂ, ਅਬਦੁਲ ਹਮੀਦ ਜਿਹੜਾ ਹਵਲਦਾਰ ਹੈ ਉਹਦੇ ਤੋਂ ਬਹੁਤੇ ਦੂਰ ਨਹੀਂ ਹਨ। ਕਹਿੰਦੇ ਹੀ ਕੁਡ ਹਿਟ ਦੀ ਟੈਂਕਸ ਵਿਦ ਹਿਸ ਗਨ ਇਫ ਹੀ ਵਾਂਟਿਡ ਟੂ। ਇਹਦਾ ਮਤਲਬ ਇਫ ਹੀ ਵਾਂਟਿਡ ਟੂ, ਜੇ ਉਹ ਚਾਹੁੰਦਾ, ਜੇ ਉਹ ਚਾਹੁੰਦਾ ਤੇ ਟੈਂਕਾਂ ਨੂੰ ਆਪਣੀ ਬੰਦੂਕ ਨਾਲ ਢੇਰੀ ਕਰ ਸਕਦਾ ਸੀ। ਹੀ ਕੁਡ ਹਿਟ, ਹਿਟ ਮੈਨੇ ਨਿਸ਼ਾਨਾ ਸਾਧ ਕੇ ਢੇਰੀ ਕਰਨਾ। ਹੀ ਕੁਡ ਹਿਟ ਦੀ ਟੈਂਕਸ, ਕਰ ਸਕਦਾ ਸੀ, ਵਿਦ ਹਿਸ ਗਨ ਆਪਣੀ ਬੰਦੂਕ ਨਾਲ, ਇਫ ਹੀ ਵਾਂਟਿਡ ਟੂ ਜੇ ਉਹ ਚਾਹੁੰਦਾ ਤਾਂ। ਠੀਕ ਹੈ। ਹੀ ਇਜ਼ ਅ ਗੁੱਡ ਸ਼ਾਟ। ਹੁਣ ਬੱਚੋ ਇਹ ਲਿਖ ਲਓ ਇਹ ਸੈਂਟੈਂਸ। ਗੁੱਡ ਸ਼ਾਟ ਦਾ ਮਤਲਬ ਹੁੰਦਾ ਨਿਸ਼ਾਨੇਬਾਜ਼। ਸ਼ਾਟ ਦਾ ਮਤਲਬ ਗੋਲੀ ਵੀ ਹੁੰਦਾ ਹੈ, ਸ਼ਾਟ ਦਾ ਮਤਲਬ ਗੋਲਾ ਵੀ ਹੁੰਦਾ ਹੈ। ਟੂ ਫਾਇਰ ਅ ਸ਼ਾਟ, ਗੋਲੀ ਮਾਰਨੀ, ਗੋਲਾ ਮਾਰਨਾ। ਤੇ ਜੇ ਬੰਦੇ ਲਈ ਕਿਹਾ ਜਾਵੇ ਹੀ ਇਜ਼ ਅ ਗੁੱਡ ਸ਼ਾਟ, ਇਹਦਾ ਮਤਲਬ ਕਿ ਉਹ ਬੜਾ ਤਗੜਾ ਨਿਸ਼ਾਨੇਬਾਜ਼ ਹੈ। ਉਹਨੂੰ ਕਹਿੰਦੇ ਮਾਰਕਸਮੈਨ, ਅੰਗਰੇਜ਼ੀ 'ਚ ਹੋਰ ਸ਼ਬਦ ਮਾਰਕਸਮੈਨ। ਹੀ ਇਜ਼ ਅ ਗੁੱਡ ਸ਼ਾਟ ਮੀਨਸ ਉਹ ਇੱਕ ਵਧੀਆ ਨਿਸ਼ਾਨੇਬਾਜ਼ ਹੈ। ਇਹ ਗੱਲ ਕੌਣ ਦੱਸ ਰਿਹਾ ਹੈ? ਮਿਸਟਰ ਵਰਮਾ ਆਪਣੀ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੇਰਵਾ ਦੇ ਰਹੇ ਨੇ, ਦੱਸ ਰਹੇ ਨੇ ਕਿ ਅਬਦੁਲ ਹਮੀਦ ਇਜ਼ ਅ ਗੁੱਡ ਸ਼ਾਟ, ਉਹ ਇੱਕ ਵਧੀਆ ਨਿਸ਼ਾਨੇਬਾਜ਼ ਹੈ। ਆਓ ਹੁਣ ਅੱਗੇ ਚਲੀਏ। ਬਟ ਹੀ ਵੇਟਸ, ਉਹ ਚਾਹੁੰਦਾ ਤੇ ਮਾਰ ਸਕਦਾ ਸੀ, ਪਰ ਹੀ ਉਹ ਉਡੀਕ ਕਰਦਾ ਹੈ। ਬਟ ਹੀ ਵੇਟਸ ਮੈਨੇ ਉਹ ਉਡੀਕ ਕਰਦਾ ਹੈ। ਹੀ ਡਜ਼ਨਟ ਵਾਂਟ, ਇਹ ਬੱਚੇ ਦਾ ਕੋਈ ਸ਼ਾਰਟ ਫਾਰਮ ਹੈ, ਇਹਦਾ ਮਤਲਬ ਹੈ ਡਜ਼ ਨਾਟ, ਨਹੀਂ ਚਾਹੁੰਦਾ। ਡਜ਼ ਨਾਟ ਵਾਂਟ ਮਤਲਬ ਉਹ ਨਹੀਂ ਚਾਹੁੰਦਾ। ਕੀ ਨਹੀਂ ਚਾਹੁੰਦਾ? ਟੂ ਵੇਸਟ ਹਿਜ਼ ਸ਼ਾਟਸ। ਹੁਣ ਦੇਖੋ ਇੱਥੇ ਸ਼ਾਟ ਦਾ ਮਤਲਬ ਆ ਗਿਆ ਗੋਲੀਆਂ, ਉੱਥੇ ਸੀਗਾ ਹੀ ਇਜ਼ ਅ ਗੁੱਡ ਸ਼ਾਟ, ਉਹ ਵਧੀਆ ਨਿਸ਼ਾਨੇਬਾਜ਼ ਹੈ। ਇੱਥੇ ਸ਼ਾਟ ਦਾ ਮਤਲਬ ਆ ਗਿਆ ਗੋਲੀ, ਤੇ ਸ਼ਾਟਸ ਮਾਨੇ ਗੋਲੀਆਂ। ਉਹ ਆਪਣੀ ਗੋਲੀਆਂ ਨੂੰ ਬਰਬਾਦ ਨਹੀਂ ਕਰਨਾ ਚਾਹੁੰਦਾ, ਕਿਉਂਕਿ ਟੈਂਕ ਥੋੜੇ ਦੂਰ ਨੇ। ਉਹ ਚਾਹੁੰਦਾ ਮੇਰੀ ਇੱਕ ਵੀ ਗੋਲੀ ਜ਼ਾਇਆ ਨਾ ਜਾਵੇ, ਮੇਰੀ ਇੱਕ ਵੀ ਗੋਲੀ, ਇੱਕ ਵੀ ਨਿਸ਼ਾਨਾ ਖਾਲੀ ਨਾ ਜਾਵੇ। ਹੀ ਵਾਂਟਸ ਟੂ ਹਿਟ ਈਚ ਟੈਂਕ ਵਿਦ ਹਿਸ ਸ਼ਾਟ। ਉਹ ਚਾਹੁੰਦਾ ਹੈ ਕਿ ਉਹ ਹਰੇਕ ਟੈਂਕ ਨੂੰ ਆਪਣੇ ਨਿਸ਼ਾਨੇ ਤੇ ਲਵੇ, ਉਹ ਹਰੇਕ ਟੈਂਕ ਤੇ ਨਿਸ਼ਾਨਾ ਬਣਾਉਣਾ ਚਾਹੁੰਦਾ ਹੈ, ਉਹਦੀ ਇਹ ਇੱਛਾ ਹੈ। ਉਹ ਚਾਹੁੰਦਾ ਕਿ ਮੇਰਾ ਇੱਕ ਵੀ ਨਿਸ਼ਾਨਾ ਖਾਲੀ ਨਾ ਜਾਏ। ਉਹ ਵੇਟ ਕਰਦਾ ਹੈ, ਉਹ ਉਡੀਕ ਕਰਦਾ ਵੀ ਥੋੜਾ ਜਿਹਾ ਹੋਰ ਅੱਗੇ ਆ ਜਾਣ। ਦੀ ਪਾਕਿਸਤਾਨੀ ਟੈਂਕਸ ਆਰ ਵੈਰੀ ਪਾਵਰਫੁਲ ਐਂਡ ਡੇਂਜਰਸ। ਜਿਹੜੇ ਪਾਕਿਸਤਾਨੀ ਟੈਂਕ ਨੇ ਉਹ ਪਾਵਰਫੁਲ ਮੈਨੇ ਤਾਕਤਵਰ ਨੇ, ਅਤੇ ਡੇਂਜਰਸ ਮੈਨੇ ਖਤਰਨਾਕ ਨੇ। ਜਿਹੜੇ ਪਾਕਿਸਤਾਨੀ ਟੈਂਕ ਨੇ ਉਹ ਬੜੇ ਹੀ ਤਾਕਤਵਰ ਅਤੇ ਡੇਂਜਰਸ ਨੇ, ਖਤਰਨਾਕ ਨੇ। ਅਮਰੀਕਾ ਦੇ ਬਣੇ ਹੋਏ ਨੇ, ਨੈਚੁਰਲੀ ਅਮਰੀਕਾ ਦੇ ਟੈਕਨੋਲੋਜੀ ਵਿੱਚ ਮਾਹਰ ਹੈਗਾ, ਤੇ ਅਸਲਾ ਬਣਾਉਣ ਵਿੱਚ ਤਾਂ ਨੰਬਰ 1 ਹੈਗਾ ਹੀ ਹੈਗਾ। ਠੀਕ ਹੈ ਨਾ। ਦੇ ਆਰ ਕਮਿੰਗ ਨੀਅਰਰ ਐਂਡ ਨੀਅਰਰ। ਨੀਅਰ ਮੈਨੇ ਨੇੜੇ, ਨੀਅਰਰ ਮੈਨੇ ਹੋਰ ਨੇੜੇ। ਉਹ ਹੋਰ ਨੇੜੇ ਆਈ ਜਾ ਰਹੇ ਹਨ। ਕੌਣ ਨੇੜੇ ਆਈ ਜਾ ਰਹੇ ਹਨ? ਪੈਟਨ ਟੈਂਕਸ। ਪੈਟਨ ਟੈਂਕਸ ਦੇ ਆਰ ਕਮਿੰਗ ਨੀਅਰਰ ਐਂਡ ਨੀਅਰਰ। ਦੇ ਆਰ ਫਾਇਰਿੰਗ ਕੰਟੀਨਿਊਅਲੀ, ਤੇ ਉਹ ਬਿਨਾਂ ਰੁਕੇ ਗੋਲਾਬਾਰੀ ਵੀ ਕਰ ਰਹੇ ਹਨ। ਉਹ ਟੈਂਕ ਅੱਗੇ ਵਧੀ ਜਾ ਰਹੇ ਨੇ, ਤੇ ਟੈਂਕ ਦੇ ਵਿੱਚ ਜਿਹੜੀਆਂ ਬੰਦੂਕਾਂ ਲੱਗੀਆਂ ਨੇ ਉਹ ਤਾਂ ਤੜ ਫਾਇਰਿੰਗ ਕੰਟੀਨਿਊਅਲੀ, ਬਿਨਾਂ ਰੁਕੇ। ਕੰਟੀਨਿਊਅਲੀ ਮਤਲਬ ਬਿਨਾਂ ਰੁਕੇ, ਲਗਾਤਾਰ। ਫਾਇਰਿੰਗ ਮੈਨੇ ਗੋਲੀਆਂ ਚਲਾਈ ਜਾ ਰਹੇ ਹਨ, ਗੋਲੀਬਾਰੀ ਕਰ ਰਹੇ ਹਨ। ਬਰੇਵ ਅਬਦੁਲ ਹਮੀਦ, ਬਹਾਦਰ ਅਬਦੁਲ ਹਮੀਦ ਮਾਰਚਿਸ ਫਾਰਵਰਡ, ਅੱਗੇ ਵੱਧਦਾ ਹੈ। ਹੁਣ ਬਹਾਦਰ ਹਮੀਦ ਅੱਗੇ ਵੱਧਦਾ ਹੈ, ਸਾਹਮਣੇ ਟੈਂਕ ਆ ਰਹੇ ਨੇ, ਉਹ ਹੋਰ ਅੱਗੇ ਵੱਧਦਾ ਹੈ। ਹੀ ਸੀਜ਼ ਅ ਪਾਕਿਸਤਾਨੀ ਟੈਂਕ, ਉਹ ਪਾਕਿਸਤਾਨੀ ਟੈਂਕ ਨੂੰ ਦੇਖਦਾ ਹੈ। ਸੀ ਮੈਨੇ ਦੇਖਣਾ। ਜਿੱਥੇ ਹੀ, ਸ਼ੀ, ਇਟ ਇੱਕ ਵਚਨ ਨਾਊਨ ਆਵੇ, ਹੈ ਨਾ, ਇੱਕ ਵਚਨ ਪ੍ਰਨਾਊਨ ਆਵੇ, ਤੇ ਵਰਤਮਾਨ ਕਾਲ ਹੋਵੇ, ਪ੍ਰੈਜ਼ੈਂਟ ਟੈਂਸ ਹੋਵੇ, ਉੱਥੇ ਐਸ ਲੱਗਦਾ ਹੈ ਵਰਬ ਦੇ ਨਾਲ। ਸੀਜ਼, ਪਲੇਜ਼, ਸਲੀਪਸ, ਈਟਸ, ਥਿੰਕਸ, ਹੈ ਨਾ, ਐਨਜੋਇਜ਼, ਉੱਥੇ ਐਸ ਲੱਗਦਾ। ਸੋ ਹੀ ਸੀਜ਼ ਅ ਪਾਕਿਸਤਾਨੀ ਟੈਂਕ, ਉਹ ਇੱਕ ਪਾਕਿਸਤਾਨੀ ਟੈਂਕ ਦੇਖਦਾ ਹੈ। ਹੀ ਟਰਨਸ ਹਿਜ਼ ਗਨ, ਉਹ ਆਪਣੀ ਬੰਦੂਕ ਦਾ ਨਿਸ਼ਾਨਾ ਸਾਧਦਾ ਹੈ। ਟਰਨਸ ਮੈਨੇ ਉਧਰ ਨੂੰ ਘੁਮਾਉਂਦਾ ਹੈ, ਟਰਨ ਮੈਨੇ ਮੋੜਨਾ, ਅਰਥਾਤ ਨਿਸ਼ਾਨਾ ਲੈਂਦਾ ਹੈ। ਹੀ ਟਰਨਸ ਹਿਜ਼ ਗਨ ਐਂਡ ਫਾਇਰਸ ਅ ਸ਼ਾਟ, ਅਤੇ ਗੋਲੀ ਮਾਰਦਾ ਹੈ। ਫਾਇਰ ਅ ਸ਼ਾਟ ਮੈਨੇ ਗੋਲੀ ਮਾਰਨੀ।
ਨਿਸ਼ਾਨਾ ਸਾਧਦਾ ਹੈ, ਹੀ ਟਰਨਸ ਹਿਸ ਗਨ ਐਂਡ ਫਾਇਰਸ ਅ ਸ਼ਾਟ। ਨਿਸ਼ਾਨਾ ਸਾਧਦਾ ਹੈ ਤੇ ਗੋਲੀ ਮਾਰਦਾ ਹੈ। ਹੁਣ ਬੱਚੇ ਦੇਖੋ ਇੱਦਾਂ ਦੇ ਵਾਕ ਨੇ ਨਾ, ਤੁਸੀਂ ਇਹ ਲਿਖ ਕੇ ਇਹਨਾਂ ਦੇ ਜਿੱਦਾਂ ਪੰਜਾਬੀ 'ਚ ਅਰਥ ਲਿਖੇ ਨੇ, ਇਹਨਾਂ ਨੂੰ 2-3 ਵਾਰ 4 ਵਾਰ ਬੋਲੋ, ਇਹਨਾਂ ਤੁਹਾਡੇ ਮੂੰਹ ਤੇ ਚੜ ਜਾਣਗੇ ਤੇ ਤੁਹਾਡੇ ਲਈ ਅੰਗਰੇਜ਼ੀ ਸਿੱਖਣੀ, ਪੜ੍ਹਨੀ, ਸਮਝਣੀ ਬੜੀ ਸੌਖੀ ਹੋ ਜਾਏਗੀ। ਮੈਂ ਵੀ ਇसी ਜੁਗਤੀ ਨਾਲ ਪੜ੍ਹਿਆ ਬੱਚੇ, ਮੈਂ ਵੀ ਸਰਕਾਰੀ ਸਕੂਲਾਂ 'ਚ ਪੜ੍ਹਿਆ, ਮੈਂ ਕੋਈ ਅੰਗਰੇਜ਼ੀ ਸਕੂਲਾਂ 'ਚ ਨਹੀਂ ਪੜ੍ਹਿਆ। ਤੇ ਮੈਂ ਤੇ ਬਲਕਿ ਅੰਗਰੇਜ਼ੀ ਸੀਰੀਅਸਲੀ ਪੜ੍ਹਨੀ ਸਿਰਫ 11ਵੀਂ ਜਮਾਤ ਜਾ ਕੇ ਸ਼ੁਰੂ ਕੀਤੀ ਸੀਗੀ। ਹੁਣ ਸਾਡੇ ਕੋਲ YouTube ਵਰਗੇ ਇੰਨੇ ਸੋਹਣੇ ਸਾਧਨ ਆ ਗਏ ਨੇ ਤੇ ਤੁਹਾਨੂੰ ਤਿਆਰ ਬਰ ਤਿਆਰ ਇੰਨਾ ਵਧੀਆ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਤੇ ਹੁਣ ਤੁਹਾਡੇ ਉੱਤੇ ਹੈਗਾ ਕਿ ਤੁਸੀਂ ਇਸ ਉਦਮ ਦਾ ਲਾਹਾ ਕਿਵੇਂ ਲੈਣਾ ਹੈ। ਆਓ ਅੱਗੇ ਚਲੀਏ। ਐਂਡ ਵਾਓ, ਕਹਿੰਦਾ ਤੇ ਵਾਹ, ਉਹ ਬੱਲੇ, ਦੀ ਟੈਂਕ ਕੈਚਿਸ ਫਾਇਰ। ਟੈਂਕ ਨੂੰ ਅੱਗ ਲੱਗ ਜਾਂਦੀ ਹੈ। ਟੂ ਕੈਚ ਫਾਇਰ ਮੈਨੇ ਅੱਗ ਲੱਗਣੀ, ਟੂ ਕੈਚ ਫਾਇਰ ਮੈਨੇ ਅੱਗ ਲੱਗਣੀ। ਦੀ ਟੈਂਕ ਕੈਚਿਸ, ਦੇਖੋ ਟੈਂਕ ਇੱਕ ਟੈਂਕ ਹੈ, ਸੋ ਕੈਚ ਦਾ ਕੈਚਿਸ ਬਣ ਗਿਆ ਵਰਤਮਾਨ ਕਾਲ। ਜਿਵੇਂ ਸੇ ਨਾ ਹੀ ਸੀਜ਼, ਟੈਂਕ ਕੈਚਿਸ ਫਾਇਰ, ਟੈਂਕ ਨੂੰ ਅੱਗ ਲੱਗ ਜਾਂਦੀ ਹੈ। ਇਟ ਗੋਜ਼, ਐਟ ਗੋਜ਼, ਫਿਰ ਐਸਾ ਆ ਗਿਆ ਗੋਜ਼ ਅਪ ਇਨ ਫਲੇਮਸ, ਉਹ ਸੜ ਕੇ ਤਬਾਹ ਹੋ ਜਾਂਦਾ ਹੈ। ਹੁਣ ਇਹ ਵੀ ਲਿਖ ਲਓ, ਟੂ ਗੋ ਅਪ ਇਨ ਫਲੇਮਸ, ਸੜ ਕੇ ਸੁਆਹ ਹੋ ਜਾਣਾ, ਸੜ ਕੇ ਤਬਾਹ ਹੋ ਜਾਣਾ, ਸੜ ਕੇ ਫਨਾਹ ਹੋ ਜਾਣਾ, ਇਹਨੂੰ ਕਹਿੰਦੇ ਨੇ ਟੂ ਗੋ ਅਪ ਇਨ ਫਲੇਮਸ। ਅਰਥਾਤ ਅੱਗ ਲੱਗੀ, ਅੱਗ ਲੱਗਣ ਤੋਂ ਬਾਅਦ ਕੁਛ ਵੀ ਨਾ ਰਹਿ ਗਿਆ, ਸਾਰੀ ਭੁੱਬੜ ਰਹਿ ਗਈ, ਸੁਆਹ ਰਹਿ ਗਈ, ਭਸਣਾ ਭੂਸ ਹੋ ਗਿਆ, ਉਹਨੂੰ ਕਹਿੰਦੇ ਆ ਅੰਗਰੇਜ਼ੀ ਵਿੱਚ ਟੂ ਗੋ ਅਪ ਇਨ ਫਲੇਮਸ। ਟੈਂਕ ਜਿਹੜਾ ਹੈ ਸੜ ਕੇ ਸੁਆਹ ਹੋ ਗਿਆ। ਆਲ ਦੀ ਸੋਲਜਰਸ ਆਫ ਅਬਦੁਲ ਹਮੀਦਸ ਕੰਪਨੀ ਆਰ ਸੋ ਹੈਪੀ। ਅਬਦੁਲ ਹਮੀਦ ਦੀ ਟੁਕੜੀ ਦੇ ਸਾਰੇ ਸਿਪਾਹੀ ਬੜੇ ਖੁਸ਼ ਨੇ, ਬੜੇ ਖੁਸ਼ ਹੋਏ ਕਿ ਪਾਕਿਸਤਾਨ ਦਾ ਇੰਨਾ ਵੱਡਾ ਟੈਂਕ, ਪੈਟਰਨ ਟੈਂਕ ਜਿਹੜਾ ਖਤਮ ਹੋ ਗਿਆ। ਤੇ ਫਿਰ ਅਜੀਤ, ਹੁਣ ਇੱਕ ਸਟੂਡੈਂਟ ਦਾ ਨਾਮ ਹੈ ਦੇਖੋ ਅਜੀਤ, ਹੁਣ ਦੇਖੋ ਅਜੀਤ ਬੋਲ ਰਿਹਾ, ਵਿੱਚ ਅਜੀਤ ਨੇ ਬੋਲਿਆ, ਸਰ, ਮਤਲਬ ਕਿ ਮਾਸਟਰ ਜੀ, ਵਾਹ ਜੀ ਸੱਚ ਅ ਗੁੱਡ ਸ਼ਾਟ, ਕੀ ਉਹ ਇੰਨਾ ਵਧੀਆ ਨਿਸ਼ਾਨੇਬਾਜ਼ ਸੀ ਕਿ ਟੈਂਕ ਤੇ ਗੋਲੀ ਮਾਰੀ, ਸਿੱਧੀ ਟੈਂਕ ਤੇ ਲੱਗੀ ਤੇ ਸੜ ਕੇ ਸੁਆਹ ਹੋ ਗਿਆ। ਹੁਣ ਜਿਹੜੇ ਇਹੋ ਜਿਹੇ ਕਾਰਨਾਮੇ ਕੋਈ ਦੱਸਦਾ ਹੈ ਤੇ ਦੂਜਾ ਬੰਦਾ ਵਿਸ਼ਵਾਸ ਨਹੀਂ ਕਰਦਾ, ਹੈਰਾਨ ਹੁੰਦਾ ਹੈ। ਸੋ ਇੱਕ ਅਜੀਤ ਵਿਦਿਆਰਥੀ ਨੇ ਪੁੱਛਿਆ, ਸਰ, ਵਾਜ਼ ਹੀ ਸੱਚ ਅ ਗੁੱਡ ਸ਼ਾਟ, ਕੀ ਉਹ ਇੰਨਾ ਵਧੀਆ ਨਿਸ਼ਾਨੇਬਾਜ਼ ਸੀ? ਫਿਰ ਮਿਸਟਰ ਵਰਮਾ ਜਵਾਬ ਕਹਿੰਦੇ, ਓ ਯੈਸ, ਜੀ ਹਾਂ, ਹੀ ਵਾਜ਼, ਉਹ ਸੀ, ਹੀ ਵਾਜ਼ ਅ ਕਰੈਕ ਸ਼ਾਟ। ਕਰੈਕ ਸ਼ਾਟ ਮੈਨੇ ਅਚੂਕ, ਉਹ ਅਚੂਕ ਨਿਸ਼ਾਨੇਬਾਜ਼ ਸੀ, ਅਰਥਾਤ ਉਹਦਾ ਨਿਸ਼ਾਨਾ ਕਦੀ ਵੀ ਖਾਲੀ ਨਹੀਂ ਜਾਂਦਾ ਸੀ। ਹੀ ਵਾਜ਼ ਅ ਕਰੈਕ ਸ਼ਾਟ। ਤੇ ਉਹਨਾਂ ਨੇ ਉਦਾਹਰਨ, ਉਹਨਾਂ ਨੇ ਸਮਝਾਇਆ ਵੀ ਕਿੱਦਾਂ ਕਰੈਕ ਸ਼ਾਟ ਸੀ। ਕਹਿੰਦੇ ਵੰਸ, ਇੱਕ ਵਾਰ, ਐਟ ਨਾਈਟ, ਰਾਤ ਦੇ ਵੇਲੇ, ਹੀ ਸ਼ਾਟ ਅ ਬਰਡ, ਉਹਨੇ ਇੱਕ ਪੰਛੀ ਨੂੰ ਨਿਸ਼ਾਨਾ ਬਣਾਇਆ। ਕਿੱਦਾਂ? ਜਸਟ, ਸਿਰਫ, ਹੀਅਰਿੰਗ ਇਟ ਸਾਊਂਡ, ਉਹਦੀ ਆਵਾਜ਼ ਸੁਣ ਕੇ ਹਨੇਰੇ ਵਿੱਚ। ਕਹਿੰਦੇ ਇੱਕ ਵਾਰੀ ਰਾਤ ਦੇ ਵੇਲੇ ਉਸਨੇ ਸਿਰਫ ਪੰਛੀ ਦੀ ਆਵਾਜ਼ ਸੁਣ ਕੇ ਹੀ ਪੰਛੀ ਨੂੰ ਨਿਸ਼ਾਨਾ ਬਣਾ ਲਿਆ। ਰਾਤ ਦਾ ਹਨੇਰਾ ਸੀ, ਪੰਛੀ ਬੋਲਿਆ ਤੇ ਪੰਛੀ ਦੀ ਆਵਾਜ਼ ਸੁਣ ਕੇ ਉਹਨੇ ਅੰਦਾਜ਼ਾ ਲਗਾ ਲਿਆ ਪੰਛੀ ਇੱਥੇ ਬੈਠਾ ਤੇ ਨਿਸ਼ਾਨਾ ਮਾਰਤਾ ਤੇ ਉਹਨੇ ਨਿਸ਼ਾਨਾ ਪੰਛੀ ਨੂੰ ਬਣਾ ਲਿਆ। ਵੀ ਇੰਨਾ ਵਧੀਆ ਨਿਸ਼ਾਨੇਬਾਜ਼ ਅਬਦੁਲ ਹਮੀਦ ਸੀ। ਹੁਣ ਅੱਗੇ ਚਲੀਏ। ਸੁਰੇਸ਼, ਹੁਣ ਦੂਜਾ ਵਿਦਿਆਰਥੀ ਬੋਲੇ, ਸੁਰੇਸ਼ ਕਹਿੰਦਾ, ਸੱਚੀ, ਰੀਅਲੀ, ਸੱਚਮੁੱਚ, ਵਾਕਈ? ਫਿਰ ਮਿਸਟਰ ਵਰਮਾ ਜੇ ਟੀਚਰ ਨੇ ਅੱਗੇ ਉਹਨਾਂ ਨੇ ਕੀ ਕਿਹਾ, ਹੁਣ ਕਹਿੰਦੇ ਲਿਸਨ ਫਰਦਰ, ਕਹਿੰਦੇ ਅੱਗੇ ਸੁਣੋ ਹਾਲੇ। ਮਤਲਬ ਹਾਲੇ ਤੁਸੀਂ ਇਹ ਸੁਣ ਕੇ ਹੈਰਾਨ ਹੋ ਗਏ ਹੋ ਇੱਕ ਟੈਂਕ ਦੀ ਗੱਲ ਸੁਣ ਕੇ। ਕਹਿੰਦੇ ਲਿਸਨ ਮੈਨੇ ਸੁਣੋ, ਫਰਦਰ ਮੈਨੇ ਅੱਗੇ, ਹੋਰ ਅਗਾਂਹ ਸੁਣੋ, ਅਗਲੀ ਕਹਾਣੀ ਸੁਣੋ। ਨਾਓ ਹੀ ਸੀਜ਼ ਅਨਦਰ ਟੈਂਕ, ਹੁਣ ਉਹ ਇੱਕ ਹੋਰ ਟੈਂਕ ਦੇਖਦਾ। ਅਨਦਰ ਮੈਨੇ ਇੱਕ ਹੋਰ, ਨਾਓ ਮੈਨੇ ਹੁਣ, ਹੀ ਸੀਜ਼ ਦੇਖਦਾ ਹੈ, ਅਨਦਰ ਹੋਰ, ਅਦਰ ਮੈਨੇ ਹੋਰ, ਅਨਦਰ ਮੈਨੇ ਇੱਕ ਹੋਰ ਟੈਂਕ, ਹੁਣ ਉਹ ਇੱਕ ਹੋਰ ਟੈਂਕ ਦੇਖਦਾ ਹੈ। ਅਬਦੁਲ ਹਮੀਦ ਫਾਇਰਸ, ਅਬਦੁਲ ਹਮੀਦ ਗੋਲੀ ਮਾਰਦਾ ਹੈ। ਐਂਡ ਇਟ ਬਰਸਟ ਇਨਟੂ ਫਲੇਮਸ, ਹਮੀਦ ਉਸ 'ਤੇ ਗੋਲਾ ਮਾਰਦਾ ਹੈ ਤੇ ਉਹ ਬਲ ਉੱਠਦਾ ਹੈ। ਬਰਸਟ ਇਨਟੂ ਫਲੇਮਸ ਮਤਲਬ ਕਿ ਉਹ ਭੰਬੜ ਬਣ ਜਾਂਦਾ ਹੈ। ਉਹ ਟੈਂਕ ਜਿਹੜਾ ਹੈ ਉਹ ਭੰਬੜ ਬਣ ਜਾਂਦਾ ਹੈ। ਬਰਸਟ ਇਨਟੂ ਫਲੇਮਸ ਅਰਥਾਤ ਇੱਕੋ ਦਮ ਲਾਟਾਂ ਵਿੱਚ ਫੁੱਟ ਉੱਠਦਾ ਹੈ, ਬਲ ਉੱਠਦਾ ਹੈ। ਕਹਿੰਦੇ 4 more ਟੈਂਕਸ ਆਰ ਸੀਨ, 4 ਹੋਰ ਟੈਂਕ ਨਜ਼ਰੀ ਪੈਂਦੇ ਹਨ। ਮੜੀ ਪਹਿਲਾ ਟੈਂਕ ਉਹਨੇ ਉਡਾਇਆ, ਦੂਜਾ ਉਡਾਇਆ ਤੇ ਨਾਲ ਦੇ ਨਾਲ ਦੇਖੇ 4 ਟੈਂਕ ਹੋਰ ਨਜ਼ਰ ਆ ਗਏ ਉਹਨੂੰ। 4 more ਟੈਂਕਸ ਆਰ ਸੀਨ, ਤੇ ਉਹ 4 ਟੈਂਕ ਕਿਹੜੀ ਵਿਉਂਤਬੰਦੀ ਕਰ ਰਹੇ ਨੇ? ਦੇ ਵਾਂਟ ਟੂ ਅਟੈਕ ਅਬਦੁਲ ਹਮੀਦਸ ਕੰਪਨੀ, ਉਹ ਜਿਹੜੇ 4 ਟੈਂਕ ਨੇ ਉਹ ਅਬਦੁਲ ਹਮੀਦ ਦੀ ਜਿਹੜੀ ਟੁਕੜੀ ਹੈ ਉਹ 'ਤੇ ਹਮਲਾ ਕਰਨਾ ਚਾਹੁੰਦੇ ਹਨ। ਐਂਡ ਕਿਲ ਹਿਮ, ਉਹਨੂੰ ਮਾਰਨਾ ਚਾਹੁੰਦੇ ਹਨ। ਇਹ ਦੇਖੋ, ਉਹ ਹਮੀਦ ਦੀ ਟੁਕੜੀ 'ਤੇ ਹਮਲਾ ਕਰਕੇ ਉਸਨੂੰ ਮਾਰਨਾ ਚਾਹੁੰਦੇ ਹਨ। ਹੀ ਇਜ਼ देयर ਬਿਗੇਸਟ ਐਨੀਮੀ, ਉਹ ਉਹਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਬੱਚੋ ਟੈਂਕ ਕਿੰਨੇ ਮਹਿੰਗੇ ਹੁੰਦੇ ਨੇ, ਟੈਂਕ ਤਬਾਹ ਕਰਨਾ ਕੋਈ ਛੋਟੀ ਮੋਟੀ ਗੱਲ ਥੋੜੀ ਹੈ। ਟੈਂਕ ਦੇ ਲੱਖਾਂ ਕਰੋੜਾਂ 'ਚ ਆਉਂਦੇ ਨੇ। ਉਹਨੇ 2 ਟੈਂਕ ਤਬਾਹ ਕਰਤੇ
ਤੇ ਇਸ ਕਰਕੇ ਉਹ ਪਾਕਿਸਤਾਨ ਦੀ ਜਿਹੜੀ ਫੌਜ ਹੈ ਗੁੱਸੇ ਨਾਲ ਲਾਲ ਪੀਲੀ ਹੋਈ ਪਈ ਹੈ ਤੇ ਉਹ ਉਹਨਾਂ ਵਾਸਤੇ ਅਬਦੁਲ ਹਮੀਦ ਹੁਣ ਉਹਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਗਿਆ। ਉਹ ਉਹਨੂੰ ਉਹਦੀ ਟੁਕੜੀ 'ਤੇ ਹਮਲਾ ਕਰਕੇ ਅਬਦੁਲ ਹਮੀਦ ਨੂੰ ਖਤਮ ਕਰਨਾ ਚਾਹੁੰਦੇ ਨੇ। ਦੇ ਟਰਨ ਦਾ ਗਨਸ ਇਨ ਦੇਅਰ ਟੈਂਕਸ ਟੂਵਰਡਸ ਹਿਮ। ਉਹ ਆਪਣੇ ਟੈਂਕਾਂ ਦੀਆਂ ਬੰਦੂਕਾਂ ਉਸ ਵੱਲ ਸਾਧ ਦਿੰਦੇ ਨੇ। ਉਹ ਸਾਰਿਆਂ ਜੇ ਟੈਂਕਾਂ ਦੇ ਉੱਤੇ ਦੇਖਿਆ ਹੋਣਾ ਫਿਲਮਾਂ ਵਿੱਚ ਬੱਚਿਓ, ਉਹ ਜਿਹੜੀ ਟੈਂਕ ਦੇ ਉੱਤੇ ਬੰਦੂਕ ਹੁੰਦੀ ਹੈ ਨਾ, ਉਹਨੂੰ ਘੁਮਾ ਕੇ 360 ਡਿਗਰੀ ਤੁਸੀਂ ਸਾਰੇ ਪਾਸੇ ਚਾਰੋਂ ਦਿਸ਼ਾਵਾਂ ਜਿੱਥੇ ਮਰਜ਼ੀ ਘੁਮਾ ਲਓ। ਤੇ ਕਹਿੰਦੇ ਚਾਰਾਂ ਟੈਂਕਾਂ ਨੇ ਕੀ ਕੀਤਾ, ਆਪਣੀ ਬੰਦੂਕਾਂ ਦੇ ਜਿਹੜਾ ਨਲੀ ਸੀਗੀ ਨਾ, ਉਹ ਕਿਹਦੇ ਵੱਲ ਕਰ ਦਿੱਤੀ, ਅਬਦੁਲ ਹਮੀਦ ਵੱਲ ਕਰ ਦਿੱਤੀ। ਟੂਵਰਡਸ ਹਿਮ ਦੇ ਟਰਨ ਦੇਅਰ ਗਨਸ ਇਨ ਦੀ ਟੈਂਕਸ ਟੂਵਰਡਸ ਹਿਮ। ਉਹ ਆਪਣੇ ਟੈਂਕਾਂ ਵਿੱਚ ਲੱਗੀਆਂ ਬੰਦੂਕਾਂ ਨੂੰ ਅਬਦੁਲ ਹਮੀਦ ਦੇ ਵੱਲ ਸਾਧਦੇ ਹਨ। ਆਓ ਹੁਣ ਅੱਗੇ ਚਲੀਏ। ਬਟ ਬਿਫੋਰ ਦੇ ਕੈਨ ਫਾਇਰ ਅਬਦੁਲ ਹਮੀਦ ਹਿਟਸ ਦੀ ਥਰਡ ਟੈਂਕ ਆਲਸੋ। ਲਓ ਜੀ, ਕਹਿੰਦੇ ਪਰ ਉਹਨਾਂ ਦੇ ਹਮਲਾ ਕਰਨ ਤੋਂ ਪਹਿਲਾਂ ਹੀ ਉਹਨਾਂ ਦਾ ਤੀਜਾ ਟੈਂਕ ਵੀ ਢਾਹ ਦਿੰਦਾ ਹੈ। ਹੁਣ ਅਬਦੁਲ ਹਮੀਦ ਨੇ ਕਿਹਾ ਲੈ ਵੀ ਜਾਂਦੇ ਜਾਂਦੇ ਇਹ ਕੰਮ ਵੀ ਕਰ ਜਾਈਏ, ਹੈ ਨਾ। ਕਹਿੰਦੇ ਇਸ ਤੋਂ ਪਹਿਲੇ ਕਿ ਉਹ ਚਾਰੋਂ ਟੈਂਕਾਂ ਵਿੱਚੋਂ ਕੋਈ ਇੱਕ ਉਹਨਾਂ ਤੇ ਉੱਤੇ ਨਿਸ਼ਾਨਾ ਪਾਉਂਦਾ, ਉਹਨੇ ਨਾਲ ਦੇ ਨਾਲ ਤੀਜਾ ਟੈਂਕ ਵੀ ਉਹਨਾਂ ਦਾ ਤਬਾਹ ਕਰਤਾ। ਤੀਜਾ ਟੈਂਕ ਵੀ ਉਹਨੇ ਹਿੱਟ ਕਰ ਦਿੱਤਾ। ਐਂਡ ਦੇਅਰ ਇਟ ਗੋਜ਼, ਕਹਿੰਦੇ ਲਓ ਜੀ ਇਹ ਵੀ ਗਿਆ। ਦੇਅਰ ਇਟ ਗੋਜ਼ ਮੈਨੇ ਦੇਖੋ ਜੀ ਇਹ ਵੀ ਗਿਆ। ਇਟ ਹੈਜ਼ ਕੌਟ ਫਾਇਰ, ਇਹਨੂੰ ਵੀ ਅੱਗ ਲੱਗ ਗਈ। ਫਲੇਮਸ ਆਰ ਰਾਈਜ਼ਿੰਗ ਹਾਈ ਅਪ ਇਨਟੂ ਦ ਸਕਾਈ। ਸਕਾਈ मैंने आकाश, राइज मैंने उत्ते उठना, हाई अप मैंने उच्ची उठना, फ्लेम्स मैंने अंदर लाटां, फ्लेम मैंने उनकी लाट, फ्लेम्स मैंने लाटां, लाटां आकाश वाल उच्चियां उठ रही हैं। मतलब कि वो जड़ियां हुण वो जिहड़ा टैंक नूं अग लग गई है तो लाटां बड़ बड़ के नूं आकाश वाल उत्ते जा रही हैं। बट अलास, पर अफसोस, वन शैल ऑफ द एनिमी, एनिमी मैंने दुश्मन, शैल मैंने गोला, वन शैल एक गोला ऑफ द एनिमी दुश्मन का एक गोला, हिट्स हिज जीप, ਉਹਦੀ ਜੀਪ ਤੇ ਮਾਰ ਕਰਦਾ ਹੈ। ਦੁਸ਼ਮਣ ਦਾ ਇੱਕ ਗੋਲਾ ਉਸਦੀ ਜੀਪ ਤੇ ਮਾਰ ਕਰਦਾ ਹੈ। ਦੀ ਬਰੇਵ ਹੀਰੋ ਫਾਲਸ ਡਾਊਨ, ਬਹਾਦਰ ਹੀਰੋ ਜਿਹੜਾ ਹੈ ਉਹ ਡਿੱਗ ਪੈਂਦਾ ਹੈ। ਕਿਹੜਾ ਬਹਾਦਰ ਹੀਰੋ? ਅਬਦੁਲ ਹਮੀਦ ਥੱਲੇ ਡਿੱਗ ਪੈਂਦਾ ਹੈ। ਹੀ ਇਜ਼ ਬੈਡਲੀ ਵੂੰਡਿਡ, ਵੂੰਡ ਮੈਨੇ ਜ਼ਖਮ, ਵੂੰਡਿਡ मैंने ਜ਼ਖਮੀ ਹੋਇਆ, ਬੈਡਲੀ ਵੂੰਡਿਡ बुरी तरह ਜ਼ਖਮੀ ਹੋਇਆ, बुरी तरह फट्टड़ होया। वो बुरी तरह फट्टड़ हो गया है। कौन? अब्दुल हमीद। क्यों? क्योंकि दुश्मन ਦਾ ਇੱਕ ਗੋਲਾ ਉਹਦੀ ਜੀਪ ਤੇ ਆ ਕੇ ਵੱਜਿਆ ਤੇ ਜਿਹੜਾ ਸਾਡਾ ਬਹਾਦਰ ਸਿਪਾਹੀ ਹੈਗਾ, ਬਹਾਦਰ ਹੀਰੋ ਹੈ, ਥੱਲੇ ਡਿੱਗ ਪੈਂਦਾ ਹੈ ਤੇ ਉਹ ਬੁਰੀ ਤਰ੍ਹਾਂ ਫੱਟੜ ਹੋ ਗਿਆ ਹੈ। ਬਟ ਹੀ ਡਜ਼ਨਟ ਲੂਜ਼ ਹਾਰਟ। ਦੇਖੋ ਇਹਨੂੰ ਲੋਜ਼ ਨਹੀਂ ਬੋਲਣਾ ਬੱਚੋ, ਇਹਨੂੰ ਪੜ੍ਹਨਾ ਲੂਜ਼। ਲੂਜ਼ ਹੁੰਦਾ ਗਵਾਣਾ, ਹਾਰਟ ਹੁੰਦਾ ਦਿਲ, अर्थात दिल नहीं हारदा। बट ही डज नॉट, थले डिग गया, फट्टड़ हो गया, पर वो हौसला नहीं छड्डदा, वो हिम्मत नहीं हारदा, वो दिल नहीं छड्डदा। बट ही डज नॉट, डजंट का मतलब बच्चों डज नॉट। ही है ना, ही एक वचन है, प्रेजेंट टेंस है, तो डू नहीं आएगा, डज आएगा। जिदा गोज, डज, सीज, हिट्स, है ना। ये सारी गल्लां तुहानूं ग्रैमर दियां ਤੁਹਾਨੂੰ ਨਾਲ ਦੇ ਨਾਲ ਦੱਸੀ ਜਾਵਾਂਗੇ ਤੇ ਜਿਵੇਂ ਤੁਹਾਡੇ ਸਬਕ ਹੋਣਗੇ ਉਹਦੇ ਵਿੱਚ ਵੀ ਵਿਆਕਰਣ ਆਏਗਾ, ਉਹਦੇ ਵਿੱਚ ਵੀ ਤੁਹਾਨੂੰ ਨੁਕਤੇ ਤੁਹਾਨੂੰ ਦੱਸੀ ਜਾਵਾਂਗੇ। ਹੀ, ਸ਼ੀ, ਇਟ ਜੇ ਪ੍ਰੈਜ਼ੈਂਟ ਟੈਂਸ ਹੋਵੇ ਤੇ ਵਰਬ ਦੇ ਨਾਲ ਹਮੇਸ਼ਾ ਐਸ ਆਉਂਦਾ ਹੈ। ਇਹ ਗੱਲ ਚੇਤੇ ਰੱਖਣੀ ਹੈ, ਬਸ ਇਹਨੂੰ ਨੋਟ ਕਰ ਲਓ। ਆਓ ਹੁਣ ਅੱਗੇ ਚਲੀਏ। ਕਹਿੰਦੇ ਹੀ ਆਰਡਰਸ, ਇਹ ਦੇਖੋ ਫਿਰ ਆ ਗਿਆ ਨਾ ਆਰਡਰਸ, ਐਸ ਆ ਗਿਆ। ਆਰਡਰ ਮੈਨੇ ਹੁਕਮ ਦੇਣਾ। ਆਰਡਰ ਬੱਚੋ ਨਾਮ ਵੀ ਹੈਗਾ ਤੇ ਆਰਡਰ ਕਿਰਿਆ ਵੀ ਹੈਗਾ। ਜੇ ਤੇ ਹੋਵੇ ਨਾਮ ਫੇ ਮਤਲਬ ਹੈਗਾ ਹੁਕਮ, ਤੇ ਜੇ ਹੋਵੇ ਕਿਰਿਆ ਫੇ ਹੈਗਾ ਹੁਕਮ ਦੇਣਾ। ਹੀ ਆਰਡਰਸ, ਉਹ ਹੁਕਮ ਦਿੰਦਾ ਹੈ। ਹਿਜ਼ ਸ਼ੋਲਜਰਸ, ਆਪਣੇ ਸਿਪਾਹੀਆਂ ਨੂੰ। ਕਦੋਂ ਹੁਕਮ ਦਿੰਦਾ? ਫੱਟੜ ਹੋਣ ਤੋਂ ਬਾਅਦ, ਡਿੱਗਣ ਤੋਂ ਬਾਅਦ। ਤੇ ਕੀ ਹੁਕਮ ਦਿੰਦਾ? ਮੂਵ ਫਾਰਵਰਡ, ਅੱਗੇ ਵਧੋ। ਫਾਈਟ ਔਨ, ਲੜਨਾ ਜਾਰੀ ਰੱਖੋ। ਵੀ ਮੈਂ ਤੁਹਾਡਾ ਮੋਢੀ ਜਿਹੜਾ ਹੈਗਾ, ਭਾਵੇਂ ਮੈਂ ਫੱਟੜ ਹੋ ਗਿਆ, ਡਿੱਗ ਪਿਆ, ਪਰ ਤੁਸੀਂ ਅੱਗੇ ਵਧੋ ਤੇ ਲੜਨਾ ਜਾਰੀ ਰੱਖੋ। ਫਿਰ ਅਜੀਤ ਨੇ ਪੁੱਛਿਆ, ਵਿਦਿਆਰਥੀ ਨੇ, ਵਾਟ ਅ ਬਰੇਵ ਸ਼ੋਲਜਰ ਹੀ ਵਾਜ਼। ਹੁਣ ਦੇਖੋ ਇਹ ਵਿਸਮਕ ਚਿੰਨ੍ਹ ਹੈਗਾ, ਮਤਲਬ ਅਜੀਤ ਹੈਰਾਨ ਹੈਗਾ, ਹੈਰਾਨ ਹੈ ਕਿ ਕਹਿ ਰਿਹਾ ਵਾਟ ਅ ਬਰੇਵ ਸ਼ੋਲਜਰ ਹੀ ਵਾਜ਼। ਉਹ ਕਿੰਨਾ ਬਹਾਦਰ ਸਿਪਾਹੀ ਸੀ। ਮਤਲਬ ਕਿ ਮਿਸਟਰ ਵਰਮਾ ਦੇ ਮੂੰਹ 'ਚੋਂ ਇਹ ਗੱਲਾਂ ਸੁਣ ਕੇ ਬੱਚੇ ਬੜੇ ਧਿਆਨ ਨਾਲ ਮੰਤਰ ਮੁਗਧ ਹੋ ਕੇ ਸੁਣ ਰਹੇ ਨੇ ਤੇ ਅਜੀਤ ਕਹਿੰਦਾ ਵਾਟ ਅ ਬਰੇਵ ਸ਼ੋਲਜਰ ਹੀ ਵਾਜ਼। ਉਹ ਕਿੰਨਾ ਬਹਾਦਰ ਸਿਪਾਹੀ ਸੀ। ਸੇ ਮਿਸਟਰ ਵਰਮਾ ਕਹਿੰਦੇ ਯੈਸ ਇੰਡੀਡ,
हाँ वाकई, इंडीड का मतलब होंगे वाकई। हिज शोल्जर्स लवड हिम, ਉਹਦੇ ਸਪਾਈ ਵੀ ਉਹਨੂੰ ਪਿਆਰ ਕਰਦੇ ਸੀ। ਉਹਦੇ ਜਿਹੜੇ ਹੇਠ, ਉਹਦੇ ਥੱਲੇ, ਉਹਦੇ ਹੁਕਮ 'ਚ ਜਿਹੜੇ ਸਪਾਈ ਸੀਗੇ, ਉਹਦੇ ਕੰਟਰੋਲ ਸੀਗੇ, ਉਹ ਵੀ ਉਹਨੂੰ ਪਿਆਰ ਕਰਦੇ ਸੀ। ਦੇ ਓਬੇਡ ਹਿਜ਼ ਆਰਡਰਸ, ਓਬੇ ਮੈਨੇ ਕਹਿਣਾ ਮੰਨਣਾ, ਹੁਕਮ ਦੀ ਪਾਲਣਾ ਕਰਨੀ। ਉਹ ਜਿਹੜੇ ਉਹਨੇ ਆਰਡਰਸ ਦਿੱਤੇ ਸੀਗੇ, ਉਹਨੇ ਕੀ ਆਰਡਰ ਦਿੱਤੇ ਸੀਗੇ? ਮਾਰਚ ਫਾਰਵਰਡ, ਫਾਈਟ ਔਨ, ਅੱਗੇ ਵਧੋ, ਲੜਨਾ ਜਾਰੀ ਰੱਖੋ। ਕਹਿੰਦੇ ਦੇ, ਉਹ ਸਿਪਾਹੀਆਂ ਨੇ ਓਬੇਡ ਹਿਜ਼ ਆਰਡਰਸ, ਸਿਪਾਹੀਆਂ ਨੇ ਉਹਦਾ ਕਹਿਣਾ ਮੰਨਿਆ, ਉਹਦੇ ਹੁਕਮ ਦੀ ਪਾਲਣਾ ਕੀਤੀ। ਐਂਡ ਫੌਟ ਬਰੇਵਲੀ, ਅਤੇ ਬਹਾਦਰੀ ਨਾਲ ਲੜਾਈ ਕੀਤੀ, ਬਹਾਦਰੀ ਦੇ ਨਾਲ ਲੜੇ। ਉਹਨਾਂ ਨੇ, ਉਹਦੇ ਸਿਪਾਹੀਆਂ ਨੇ ਉਸਦਾ ਹੁਕਮ ਮੰਨਿਆ ਤੇ ਬਹਾਦਰੀ ਨਾਲ ਲੜੇ। ਸਮ ਮੋਰ ਟੈਂਕਸ ਆਫ ਦਾ ਐਨੀਮੀ ਵਰ ਡਿਸਟਰੋਇਡ, ਕਹਿੰਦੇ ਦੁਸ਼ਮਣ ਦੇ ਕੁਝ ਹੋਰ ਟੈਂਕ ਵੀ ਤਬਾਹ ਕਰ ਦਿੱਤੇ ਗਏ। ਮਤਲਬ ਕਿ ਉਹ ਸਿਪਾਹੀਆਂ ਨੇ ਵੀ ਉਹੀ ਕੰਮ ਕੀਤਾ ਜਿਹੜੇ ਪੂਰਨੇ ਅਬਦੁਲ ਹਮੀਦ ਨੇ, ਉਹ ਜਿਹੜਾ ਹਮੀਦ ਸੀਗਾ ਉਹਨੇ ਪਾਏ ਸੀਗੇ। ਠੀਕ ਹੈ ਬੱਚਿਓ। ਸੋ ਜਿਹੜਾ ਆਪਣੇ ਉਹ ਸੀਗਾ ਸਿਪਾਹੀ ਸੀਗੇ, ਉਹਨਾਂ ਨੇ ਉਹਦੇ ਪਾਕਿਸਤਾਨ ਦੇ ਹੋਰ ਟੈਂਕ ਸੀਗੇ ਉਹ ਵੀ ਤਬਾਹ ਕਰਕੇ ਰੱਖ ਦਿੱਤੇ। ਦੀ ਪਾਕਿस्तानी सोल्जर्स गॉट अफ्रेड, ये देखो बच्चों, अफ्रेड मैंने डरना, गेट अफ्रेड मैंने डरना, गॉट अफ्रेड डर गए। दी पाकिस्तानी सोल्जर्स गॉट अफ्रेड, पाकिस्तानी सिपाही घबरा गए, डर गए। एंड फ्लैड अवे, फ्ली, फ्लैड, फ्लैड, मूल शब्द है फ्ली, FLEE, फ्ली मैंने भजना, दुम दबा के भजना, डर के भजना। तो फ्लैड मैंने भज गए, भूतकाल की गल हो रही है। दी पाकिस्तानी सोल्जर्स गॉट अफ्रेड, पाकिस्तानी सिपाही डर गए। एंड अते दे फ्लैड अवे, दे मैंने ओ, पाकिस्तानी सिपाही, फ्लैड अवे मैंने दूर भज गए, अर्थात उन्होंने दिशा बदली, अपने पाकिस्तान वाले पासे भज गए। अगे चलिए हम, कहने दिस ब्रेव सोल्जर ऑफ द इंडियन आर्मी डाइड फॉर हिज कंट्री, ए बहादुर सिपाही भारतीय फौज का डाइड फॉर हिज कंट्री, मरिया किहदे लई? अपने देश लई, अपने देश लई शहीद हो गया, अपने देश लई इन्हें जान दे दी। इस भारतीय फौज दे इस बहादुर सिपाही ने अपने देश लई अपनी जान दे दी। फिर कहते ही वॉज अवार्डिड दी परमवीर चक्र पॉस्थुमसली। हुण बच्चों देखो पॉस्थुमस की होंदा है? पॉस्थुमस होंदा है मरण तो बाद। एक तो होंदा भी जिंदे जी हुण इधरों यह सिद्ध होंदा है कि वह फट्टड़ होके वो शहीद हो गया, मर गया ना, तो पॉस्थुमसली भी वो मरण तो बाद उन्होंने इनाम दिता गया। हुण तुसीं बच्चोगे पुछोगे मरण तो बाद इनाम किद्दां दिता जांदा है? बच्चों अज भी दिता जांदा है। कई बहादुरी के कारनामे करते करते अपनी जवान गवा बैठते हैं, तो फिर मरण तो बाद उन्होंने इनाम दिता जाता है। तो इनाम फिर कौन लैंदा है? उन्होंने परिवार का सब तो नेड़ला जिहड़ा कोई मैंबर होंदा वो लैंदा है। उसकी पत्नी लै सकती है, उसका कोई बच्चा लै सकता है, उसके पिता जी, उसके माता जी, परिवार का जिहड़ा सब तो नेड़ला कोई संबंधी होंदा है, वो आके फिर सरकार को इनाम लैंदा है। सो पॉस्थुमसली का होंदा है बच्चों मरण उपरंत। जिद्दां मैं कहां एक कोई लिखारी होवे, उन्हें खरड़ा तैयार कर लिया होवे, किताब जिहड़ी है उन्हें छपण लई दे दित्ती होवे, है ना, तो छपण आउण तो पहलां ही वो मर जाए, तो असीं कद्दां कहने आ दिस बुक वाज पबलिश्ड पॉस्थुमसली। यह किताब लिखारी दे मरण तो बाद छापी गई। यह किताब लिखारी दे मरण उपरंत छपी, उन्होंने कहने पॉस्थुमसली। यह बच्चों याद रख लो, बड़ा कीमती शब्द है और यह आम वरत्या जाएगा, अगे भी काम आएगा। और यह अनोखा शब्द नहीं है, यह अंग्रेजी विच आम तौर पर अखबारों में भी, रसालियां भी या निबंधां में भी किते ना किते वरत्या जाता है। ठीक है। सो अवार्ड होंदा है बच्चों इनाम के नाल निवाजना। ही वाज अवार्डिड मतलब कि वो निवाजा गया, किहदे नाल निवाजा गया? परमवीर चक्र के नाल। उन्होंने परमवीर चक्र का इनाम मरण उपरंत दिता गया, या मरण उपरंत वो परमवीर चक्र के नाल निवाजिया गया। कहते हिज नेम विल ऑलवेज बी रिमेंबर्ड, ਉਹਦਾ नाम हमेशा चेता रखा जाएगा। किहदे वल्लों? बाय द पीपल ऑफ हिज कंट्री, ਉਹਦੇ देश के लोगों वल्लों, देश के लोगों वल्लों उसका नाम हमेशा चेता रखा जाएगा। कद लई? ਉਹਦੀ इस बहादुरी लई, ਉਹਦੀ इस निडरता लई। ठीक है। हिज विलेज हैज़ बीन नेम्ड, ਉਹਦੇ पिंड का नाम रखा गया है हमीद धाम, आफ्टर हिज नेम, उसके नाँ ते उसके पिंड का नाम हमीद धाम रखा गया है। उन्होंने सत्कार देण वजों, ਉਹਦੇ आदर वजों
ਉਹਦੇ ਕੀਤੇ ਹੋਏ ਇਸ ਬਹਾਦਰੀ ਦੇ ਕਾਰਨਾਮੇ ਨੂੰ ਐਪਰੀਸ਼ੀਏਟ ਕਰਨ ਲਈ, ਹੈ ਨਾ, ਉਹਦਾ ਸਤਿਕਾਰ ਕਰਨ ਵਾਸਤੇ ਸਰਕਾਰ ਨੇ ਕੀ ਕੀਤਾ, ਫਿਰ ਉਹਦੇ ਪਿੰਡ ਦਾ ਨਾਂ ਕੀ ਰੱਖ ਦਿੱਤਾ, ਜਿਸ ਪਿੰਡ ਦਾ ਉਹ ਸੀਗਾ ਉਹਦਾ ਨਾਂ ਰੱਖਿਆ ਹੋਇਆ ਹਮੀਦ ਧਾਮ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਤੁਹਾਡਾ ਲੈਸਨ ਨੰਬਰ 1 ਤੇ ਇਸ ਵੀਡੀਓ ਵਿੱਚ ਅਸੀਂ ਇਸ ਲੈਸਨ ਦੀ ਰੀਡਿੰਗ ਕੀਤੀ ਹੈ, ਸ਼ਬਦਾਂ ਦਾ ਉਚਾਰਨ ਕੀਤਾ ਹੈ ਤੇ ਸਾਰੇ ਸ਼ਬਦਾਂ ਸਮੂਹ ਦੇ ਵਾਕਾਂ ਦੇ ਅਰਥ ਚੰਗੀ ਤਰ੍ਹਾਂ ਸਿੱਖੇ ਨੇ। ਸੋ ਮੈਂ ਆਸ ਕਰਦਾ ਕਿ ਇਸ ਵੀਡੀਓ ਰਾਹੀਂ ਤੁਸੀਂ ਇਸ ਲੈਸਨ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ ਅਤੇ ਸਿੱਖ ਲਿਆ ਹੋਵੇਗਾ। ਭਵਿੱਖ ਵਿੱਚ ਆਉਣ ਵਾਲੇ ਵੀਡੀਓਜ਼ ਵਿੱਚ ਹਰ ਲੈਸਨ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਐਕਸਰਸਾਈਜ਼ਜ਼ ਹੈਗੀਆਂ ਨੇ, ਅਭਿਆਸ ਨੇ, ਉਹ ਵੀ ਕੀਤੇ ਜਾਣਗੇ ਤੇ ਨਾਲ ਦੇ ਨਾਲ ਜਿਵੇਂ ਜਿਵੇਂ ਅੱਗੇ ਦੇ ਲੈਸਨ ਆਉਂਦੇ ਜਾਣਗੇ ਉਹ ਵੀ ਅਸੀਂ ਕਰੀ ਜਾਵਾਂਗੇ। ਇਸ ਉਦਮ ਬਾਰੇ ਜੇ ਤੁਸੀਂ ਆਪਣੇ ਕੋਈ ਵਿਚਾਰ ਦੇਣਾ ਚਾਹੋ ਤੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਜਾ ਕੇ ਦੱਸ ਸਕਦੇ ਹੋ। ਤੇ ਇਸ ਚੈਨਲ ਨੂੰ ਸਪੋਰਟ ਕਰਦੇ ਹੋਏ ਮੈਂ ਤੁਹਾਨੂੰ ਸਾਰਿਆਂ ਨੂੰ ਤਾਕੀਦ ਕਰਾਂਗਾ ਕਿ ਤੁਸੀਂ ਸਾਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓਜ਼ ਨੂੰ ਲਾਈਕ ਅਤੇ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਜਿਹੜੇ ਨੇ ਉਹ ਇਸ ਉਦਮ ਦਾ ਲਾਹਾ ਲੈ ਸਕਣ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ। ਗੋਡ ਬਲੈਸ ਯੂ ਆਲ।